बिल्कुल विजय इस बारे जो नौजवान जिस सब तो पहले जानकारी दी थी उसदा गल करते हैं। ਗੱਡੀ ਵੇਖੋ ਨਾ ਬਲਰ ਲੱਗੀ ਆ ਇਹ ਮੂੰਹ ਉਹਦਾ ਗੱਡੀ ਦਾ ਪਰਲੇ ਪਾਸੇ ਉਹਨਾਂ ਪਿਛਲੇ ਟਾਇਰ ਤੇ ਸ਼ਾਇਦ ਆਰਡੀਐਕਸ ਫਿੱਟ ਕਰਨ ਦੀ ਕੀਤਾ ਸੀ ਕੁਛ ਜੀ ਤੇ ਉਹਨਾਂ ਫਿੱਟ ਹੋਇਆ ਨਹੀਂ, ਉਹਨਾਂ ਕੋ ਥੱਲੇ ਰੱਖ ਕੇ ਚਲ ਗਏ। ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਇਸ ਚੀਜ਼ ਦਾ ਕਿ ਤੁਹਾਡੇ ਗੱਡੀ ਦੇ ਥੱਲੇ ਆਰਡੀਐਕਸ ਵਗੈਰਾ ਕੋਈ ਰੱਖ ਕੇ ਗਿਆ? ਉਹ ਵੀਰ ਆਇਆ ਸਵੇਰੇ ਗੱਡੀ ਤੋਂ 6:30-7 ਵਜੇ ਦਾ ਟਾਈਮ ਹੈ ਜੀ ਤੇ ਉਹਨੇ ਵੀਰ ਨੇ ਦੱਸਿਆ ਸਾਨੂੰ ਅੱਛਾ ਜੀ। ਤੇ ਆਪਾਂ ਫਾਦਰ ਸਾਹਿਬ ਨੂੰ ਦੱਸਿਆ, ਆਂਦੇ ਚਲੋ ਕੋਈ ਨਹੀਂ, ਇਦਾਂ ਹੁੰਦਾ ਰਹਿੰਦਾ, ਕੀ ਪਤਾ ਕਿਸੇ ਨੇ ਟੂਣਾ ਟਾਣਾ ਕੀਤਾ ਹੋਵੇ। ਅੱਛਾ ਜੀ। ਤੇ ਬਾਅਦ ਚ ਪਤਾ ਲੱਗਾ ਵੀ ਇਹ ਹਾਦਸਾ ਹੋ ਗਿਆ ਜੀ। ਤੇ ਉਹ ਵੀਰ ਨੇ ਚੁੱਕ ਕੇ ਬੰਨੀ ਤੇ ਰੱਖਤਾ। ਤੇ ਸਵੇਰੇ ਕੋਈ ਪੁਲਿਸ ਅਧਿਕਾਰੀ ਜਾਂ ਕੀ ਕੰਪਲੇਂਟ ਕੀਤੀ? ਹਾਂਜੀ ਆਇਆ ਕੋਈ? ਹਾਂਜੀ ਆਏ, ਸਾਰੇ ਆਏ ਜੀ। ਸਾਰੀ ਪੁਲਿਸ ਆਈ ਹੈ, ਸਾਰੇ ਰਣਜੀਤ ਐਵਨਿਊ ਦੀ। ਕਿੰਨੇ ਵਜੇ ਦੀ ਗੱਲ ਹੈ ਵੀਰ? ਇਹ ਰਾਤ 2:03 ਦੀ ਗੱਲ ਜੇ। ਜਦੋਂ ਕੈਮਰਾ ਵੇਖਿਆ ਉਹ ਤੋਂ ਪਤਾ ਹਾਂਜੀ ਉਹ ਤੋਂ ਪਤਾ ਲੱਗਾ ਜੇ। ਤੇ ਸਵੇਰੇ ਕਿੰਨੇ ਵਜੇ ਆਉਂਦਾ ਮੁੰਡਾ ਗੱਡੀ ਤੋਂ? ਸਵੇਰੇ 6:30-7 ਵਜੇ ਦਾ ਆਂਦਾ ਜੀ। ਪੁਲਿਸ ਨੂੰ ਕਦੋਂ ਦੱਸੀ ਗੱਲ ਸਾਰੀ? ਪੁਲਿਸ ਨੂੰ ਇਹ ਸ਼ਾਇਦ 11-11:30 ਵਜੇ ਦੀ ਗੱਲ ਜੀ। ਪਤਾ ਸਾਨੂੰ ਉਦੋਂ ਹੀ ਲੱਗਾ ਪਾਪਾ ਜੀ ਨੂੰ। ਬਿਲਕੁਲ। ਤਾਂ ਵਿਜੇ ਇਹ ਇਸ ਵੇਲੇ ਦੀ ਅਸੀਂ ਕਹਿ ਸਕਦੇ ਕਿ ਤਾਜ਼ਾ ਅਪਡੇਟ ਹੈ। ਜਿਸ ਤਰ੍ਹਾਂ ਅਸੀਂ ਲਗਾਤਾਰ ਜਾਣਕਾਰੀ ਦੇ ਰਹੇ ਸੀ ਕਿ 2 ਵਜੇ ਦੇ ਕਰੀਬ ਜੋ ਹੈ ਇਹ ਜਿਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ, ਔਰ ਇਹ ਉਹ ਨੌਜਵਾਨ ਹੈ ਜਿਸ ਨੇ ਸਵੇਰੇ ਸਭ ਤੋਂ ਪਹਿਲਾਂ ਇਹ ਦੇਖੀ ਕਿ ਜਦੋਂ ਇਹਨੇ ਦੱਸਿਆ ਕਿ ਜੋ ਲੜਕਾ ਗੱਡੀ ਧੋਣ ਦੇ ਲਈ ਆਉਂਦਾ ਉਸਨੇ ਇਹ ਦੱਸਿਆ ਕਿ ਗੱਡੀ ਦੇ ਹੇਠਾਂ ਕੋਈ ਐਸੀ ਚੀਜ਼ ਲੱਗੀ ਹੋਈ ਹੈ, ਜਿਸ ਤੋਂ ਬਾਅਦ ਤੁਰੰਤ ਦਿਲਬਾਗ ਸਿੰਘ ਨੂੰ ਜਾਣਕਾਰੀ ਦਿੱਤੀ ਜਾਂਦੀ ਜੋ ਕਿ ਘਰ ਦੇ ਮਾਲਕ ਨੇ ਔਰ CIA ਦੇ ਵਿੱਚ ਇੰਸਪੈਕਟਰ ਦੇ ਅਹੁਦੇ ਤੇ ਤਾਇਨਾਤ ਨੇ। ਔਰ ਉਸ ਤੋਂ ਬਾਅਦ ਉਹ ਕਿਉਂਕਿ ਖੁਦ ਪੁਲਿਸ ਇੰਸਪੈਕਟਰ ਨੇ ਤਾਂ ਉਹਨਾਂ ਵੱਲੋਂ ਤੁਰੰਤ ਇਸ ਦੀ ਜਾਣਕਾਰੀ ਸੰਬੰਧਿਤ ਥਾਣੇ ਨੂੰ ਜਾਂ ਫਿਰ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਸਾਰੇ ਅਧਿਕਾਰੀ ਮੌਕੇ ਤੇ ਪਹੁੰਚਦੇ ਨੇ। ਔਰ ਇਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਇਸ ਵੇਲੇ ਇੱਕ ਚਿੱਟੇ ਰੰਗ ਦੀ ਮਾਰੂਤੀ ਕਾਰ ਖੜੀ ਨਜ਼ਰ ਆ ਰਹੀ ਹੈ, ਇੱਥੇ ਹੀ ਉਸ ਵੇਲੇ ਉਹ ਬਲੈਰੋ ਗੱਡੀ ਸੀ ਜੋ ਕਿ ਨਿੱਜੀ ਗੱਡੀ ਹੈ ਇੰਸਪੈਕਟਰ ਦਿਲਬਾਗ ਸਿੰਘ ਦੀ। ਤਾਂ ਉਸ ਗੱਡੀ ਦੇ ਵਿੱਚ ਉਹ ਜੋ ਦੋ ਨੌਜਵਾਨ ਨਜ਼ਰ ਆ ਰਹੇ ਨੇ, ਜਿਨ੍ਹਾਂ ਦੀਆਂ ਤਸਵੀਰਾਂ ਲਗਾਤਾਰ ਅਸੀਂ ਨਿਊਜ਼ 18 ਤੇ ਦਿਖਾ ਰਹੇ ਹਾਂ। ਔਰ ਉਸ ਦੇ ਵਿੱਚ ਤੁਸੀਂ ਦੇਖਦੇ ਹੋ ਕਿ ਉਹ ਮੋਟਰਸਾਈਕਲ ਤੋਂ ਉਤਰਦੇ ਨੇ ਔਰ ਮੋਟਰਸਾਈਕਲ ਤੋਂ ਉਤਰਦੇ ਸਾਰ ਹੀ ਉਹ ਗੱਡੀ ਦੇ ਹੇਠਾਂ ਇੱਕ ਨੌਜਵਾਨ ਜਿਹੜਾ ਉਹ ਗੱਡੀ ਦੇ ਹੇਠਾਂ ਇਸ ਚੀਜ਼ ਨੂੰ ਜੋ ਹੈ ਪਲਾਂਟ ਕਰਨ ਦੀ ਕੋਸ਼ਿਸ਼ ਕਰਦਾ, ਜੋ ਕਿ ਡੈਟੋਨੇਟਰ ਦੱਸਿਆ ਜਾ ਰਿਹਾ, ਜਿਸ ਦੀਆਂ ਤਸਵੀਰਾਂ ਲਗਾਤਾਰ ਸਕਰੀਨ ਤੇ ਅਸੀਂ ਸਾਂਝੀਆਂ ਕਰ ਰਹੇ ਹਾਂ। ਔਰ ਉਸ ਡੱਬੇ ਨੂੰ ਜੋ ਹੈ ਉਹ ਉੱਥੇ ਲਗਾਉਣ ਤੋਂ ਬਾਅਦ ਉੱਥੋਂ ਦੋਵੇਂ ਜਾਣੇ ਫਰਾਰ ਹੋ ਜਾਂਦੇ ਨੇ। ਉਸ ਤੋਂ ਬਾਅਦ ਸੀਨੀਅਰ ਅਧਿਕਾਰੀ ਲਗਾਤਾਰ, ਕਿਉਂਕਿ ਭਾਵੇਂ ਇਹ ਡੈਟੋਨੇਟਰ ਹੋਵੇ ਜਾਂ ਨਾ ਹੋਵੇ, ਇਹ ਤਾਂ ਇੱਕ ਵੱਖਰੀ ਗੱਲ ਹੈ, ਪਰ ਜਿਸ ਤਰੀਕੇ ਦੇ ਨਾਲ ਉਹਨਾਂ ਦਾ ਜੋ ਆਉਣ ਦਾ ਤਰੀਕਾ ਸੀ, ਫੇਸ ਜੋ ਹੈ ਕਵਰ ਕੀਤਾ ਹੋਇਆ ਸੀ ਔਰ ਬੜੀ ਚਲਾਕੀ ਦੇ ਨਾਲ ਉਹ ਜਿਸ ਤਰੀਕੇ ਦੇ ਨਾਲ ਲਗਾ ਕੇ ਗਏ ਨਾ, ਤਾਂ ਕਿਤੇ ਨਾ ਕਿਤੇ ਉਹ ਉਹਨਾਂ ਦੀ ਜਿਹੜੀ ਬਾਡੀ ਲੈਂਗੁਏਜ ਹੈ ਜਾਂ ਜਿਸ ਤਰੀਕੇ ਦਾ ਲੱਗਦਾ ਸੀ, ਤਾਂ ਉਹ ਕਿਤੇ ਨਾ ਕਿਤੇ ਸਵਾਲ ਜ਼ਰੂਰ ਖੜੇ ਕਰਦਾ ਹੈ ਕਿ ਉਹਨਾਂ ਦੀ ਮਨਸ਼ਾ ਜ਼ਰੂਰ ਕੋਈ ਨਾ ਕੋਈ ਗਲਤ ਸੀ। ਤਾਂ ਹੁਣ ਇਹ ਜਾਣਨ ਦੀ ਕੋਸ਼ਿਸ਼ ਦੇ ਵਿੱਚ ਉਹਨਾਂ ਦੀ ਜਿਹੜੀ ਮੂਵਮੈਂਟ ਹੈ ਉਹ ਕਿੰਨੀ ਦੇਰ ਰਹੀ ਆ, ਕਿੰਨੀ ਦੇਰ ਉਹ ਇਸ ਇਲਾਕੇ ਦੇ ਵਿੱਚ ਮੌਜੂਦ ਰਹੇ। ਔਰ ਇੱਕ ਵਾਰ ਫਿਰ ਇਸ ਨੌਜਵਾਨ ਦੇ ਨਾਲ ਵੀ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਔਰ ਇਹ ਦਿਲਬਾਗ ਸਿੰਘ ਜੋ ਕਿ ਇੰਸਪੈਕਟਰ ਨੇ, ਉਹਨਾਂ ਦਾ ਬੇਟਾ, ਔਰ ਇਸ ਦਾ ਕਹਿਣਾ ਕਿ ਜੋ ਗੱਡੀ ਕਰ ਰਹੇ ਸੀ ਜਦੋਂ ਪਲਾਂਟ ਨਹੀਂ ਕਰ ਸਕੇ ਉਹਨਾਂ ਦੇ ਤਾਂ ਬੇਟੇ ਨੇ ਜੀ ਬਿਲਕੁਲ ਉਹਨਾਂ ਦੇ ਬੇਟੇ ਦੇ ਮੁਤਾਬਕ ਜੋ ਇਹੀ ਹੈ ਕਿ ਸਵੇਰੇ ਜਦੋਂ ਗੱਡੀ ਧੋਣ ਦੇ ਲਈ ਜਿਹੜਾ ਮੁੰਡਾ ਆਉਂਦਾ ਹੈ, ਜੋ ਹਰ ਰੋਜ਼ ਉਹਨਾਂ ਦੀ ਗੱਡੀ ਧੋਣ ਦਾ ਕੰਮ ਕਰਦਾ, ਉਹ ਜਦੋਂ ਇੱਥੇ ਪਹੁੰਚਦਾ ਹੈ ਤਾਂ ਉਹ ਉਹਨਾਂ ਦੇ ਬੇਟੇ ਨੂੰ ਇਹ ਜਾਣਕਾਰੀ ਦਿੰਦਾ ਹੈ ਕਿ ਗੱਡੀ ਦੇ ਹੇਠਾਂ ਕੋਈ ਐਸੀ ਸ਼ੱਕੀ ਚੀਜ਼ ਨਜ਼ਰ ਆਈ ਹੈ, ਜਿਸ ਤੋਂ ਬਾਅਦ ਉਹ ਖੁਦ ਬਾਹਰ ਆਉਂਦੇ ਨੇ ਔਰ ਉਸ ਚੀਜ਼ ਨੂੰ, ਭਾਵੇਂ ਹਾਲਾਂਕਿ ਉਸ ਵੇਲੇ ਸ਼ਾਇਦ ਇਹਨਾਂ ਨੇ ਇਸ ਬਾਰੇ ਨਹੀਂ ਸੋਚਿਆ ਹੋਵੇਗਾ, ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਸ਼ਾਇਦ ਜਿਹੜੇ ਇਹਨਾਂ ਦੇ ਪਿਤਾ ਨੇ ਉਹਨਾਂ ਨੇ ਕਿਹਾ ਕਿ ਸ਼ਾਇਦ ਕਿਸੇ ਨੇ ਕੋਈ ਟੂਣਾ ਕੀਤਾ ਹੋ ਸਕਦਾ ਹੈ, ਤਾਂ ਉਸ ਵੇਲੇ ਇਹਨਾਂ ਨੇ ਬਹੁਤਾ ਜ਼ਿਆਦਾ ਉਸ ਨੂੰ ਗੰਭੀਰਤਾ ਦੇ ਨਾਲ ਨਹੀਂ ਲਿਆ। ਪਰ ਜਦੋਂ CCTV ਫੁਟੇਜ ਦੇਖੀ ਗਈ, ਉਸ ਦੇ ਵਿੱਚ ਜਿਸ ਤਰੀਕੇ ਦਾ ਹੁਲੀਆ ਉਹਨਾਂ ਨੌਜਵਾਨਾਂ ਦਾ ਨਜ਼ਰ ਆਇਆ, ਤਾਂ ਉਹ ਕਿਤੇ ਨਾ ਕਿਤੇ ਸ਼ੱਕ ਪੈਦਾ ਕਰਨ ਵਾਲਾ ਸੀ ਕਿ ਮੋਟਰਸਾਈਕਲ ਤੇ ਸਵਾਰ ਹੋ ਕੇ 2 ਜਾਣੇ ਜੋ ਨੇ ਉਹ ਮੂੰਹ ਟੱਕ ਕੇ ਉੱਥੇ ਪਹੁੰਚਦੇ ਨੇ ਔਰ ਸਿੱਧਾ ਉਹਨਾਂ ਦੀ ਗੱਡੀ ਦੇ ਕੋਲ ਉਹਨਾਂ ਦੀ ਬਾਈਕ ਰੁਕਦੀ ਹੈ ਔਰ ਬਾਈਕ ਰੁਕਦਿਆਂ ਸਾਰ ਹੀ ਗੱਡੀ ਦੇ ਹੇਠਾਂ ਜੋ ਹੈ ਇਸ ਨੂੰ ਫਿੱਟ ਕਰਨ ਦੀ ਜਾਂ ਇਸ ਨੂੰ ਪਲਾਂਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਹਾਲਾਂਕਿ ਬਹੁਤ ਜਲਦਬਾਜ਼ੀ ਦੇ ਵਿੱਚ ਉਹ ਇੱਥੋਂ ਚਲੇ ਜਾਂਦੇ ਨੇ, ਤਾਂ ਇਸ ਕਰਕੇ ਹੋ ਸਕਦਾ ਕਿ ਸਹੀ ਤਰੀਕੇ ਦੇ ਨਾਲ ਉਹਨਾਂ ਦੇ ਕੋਲੋਂ ਇਹ ਪਲਾਂਟ ਨਾ ਹੋਇਆ ਹੋਵੇ। ਤਾਂ ਇਹ ਕਿਤੇ ਨਾ ਕਿਤੇ ਚੰਗੀ ਗੱਲ ਵੀ ਹੈ ਕਿ ਉਸ ਦੇ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਇਲਾਕੇ ਦੇ ਵਿੱਚ ਆਉਣਾ ਔਰ ਇੱਕ ਪੁਲਿਸ ਇੰਸਪੈਕਟਰ ਦੇ ਘਰ ਦੇ ਬਾਹਰ ਉਸ ਦੀ
ਗੱਡੀ ਦੇ ਹੇਠਾਂ ਇਸ ਤਰੀਕੇ ਦੀ ਜਿਹੜੀ ਸਮੱਗਰੀ ਹੈ ਉਸ ਨੂੰ ਰੱਖਣਾ ਉਹ ਆਪਣੇ ਆਪ ਦੇ ਵਿੱਚ ਇੱਕ ਚਿੰਤਾ ਵਾਲੀ ਗੱਲ ਵੀ ਹੈ ਔਰ ਚੁਣੌਤੀ ਵਾਲੀ ਗੱਲ ਵੀ ਹੈ ਪੁਲਿਸ ਦੇ ਲਈ। ਤਾਂ ਇੱਕ ਵਾਰ ਅਸੀਂ ਫਿਰ ਗੱਲ ਕਰਦੇ ਹਾਂ। ਤਾਂ ਮੈਂ ਦੱਸਣਾ ਚਾਹੁੰਦਾ ਕਿ ਇਹ ਉਹ ਘਰ ਹੈ ਔਰ ਇੱਥੇ ਇੱਕ ਵਾਰੀ ਦੱਸਿਓ ਗੱਡੀ ਜਿਹੜੀ ਕਿੱਥੇ ਖੜੀ ਸੀ ਇਸੇ ਤਰ੍ਹਾਂ ਗੱਲਬਾਤ ਕਰਾਂਗੇ। ਬੇਟਾ ਕੀ ਹੋਇਆ ਸੀਗਾ ਜਦੋਂ ਜਦੋਂ ਸਵੇਰੇ ਤੁਸੀਂ ਉੱਠੇ ਹੋ ਤਾਂ ਕਿਸ ਤਰ੍ਹਾਂ ਇਸ ਥਾਂ ਤੇ ਉਹ ਗੱਡੀ ਖੜੀ ਸੀ ਜਿੱਥੇ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਨੌਜਵਾਨ ਟਾਈਮ ਹੀ 2:03 ਤੇ ਕੈਮਰੇ ਤੇ ਚੈੱਕ ਕੀਤਾ ਹੁਣੇ ਹੀ ਤੇ ਪਤਾ ਤੇ ਸਾਨੂੰ ਸਵੇਰ ਦਾ ਹੀ ਤੇ ਉਹ ਵੀਰ ਨੇ ਦੱਸਿਆ ਵੀ ਇਦਾਂ ਗੱਲ ਆ। ਉਹ ਥੱਲੇ ਉਹ ਪਿਆ RDX ਬੰਬ ਜਿੱਦਾਂ ਬਣਾਉਂਦੇ ਲੋਕੀ ਉਹ ਪਿਆ ਥੱਲੇ। ਕਿੰਨਾ ਕੁ ਭਾਰਾ ਸੀਗਾ ਉਹ, ਜੇਕਰ ਅਸੀਂ ਗੱਲ ਕਰੀਏ ਤਾਂ ਕਿੰਨੀ ਕੁ ਭਾਰੀ ਚੀਜ਼ ਸੀਗੀ ਉਹ? weight ਕਿੰਨਾ ਕੁ ਹੋ ਸਕਦਾ ਉਹਦਾ? ਵੇਟ ਹੋਣਾ ਆ 15-20 ਜਾਂ 30-40 ਤੱਕ ਹੋਗਾ, ਇੰਨਾ ਕੁ ਤੇ ਹੋ ਮਤਲਬ ਸਕਦਾ। ਜਿਹੜਾ ਮੁੰਡਾ ਗੱਡੀ ਧੋਣ ਆਉਂਦਾ ਉਹਨੇ ਤੁਹਾਨੂੰ ਬੁਲਾ ਕੇ ਦੱਸਿਆ ਕਿ ਇਦਾਂ ਦੀ ਕੋਈ ਚੀਜ਼ ਹੈ? ਹਾਂਜੀ ਉਹਨੇ ਦੱਸਿਆ ਜੀ। ਤੇ ਇਹਨਾਂ ਦੀ ਪਰਸਨਲ ਗੱਡੀ ਹੈ ਦਿਲਬਾਗ ਸਿੰਘ ਹੋਰਾਂ ਹਾਂਜੀ ਪਰਸਨਲ ਗੱਡੀ ਹੈ। ਠੀਕ ਹੈ ਜੀ। ਇਹ ਪਹਿਲਾਂ ਤਾਂ ਰੋਜ਼ ਜਿਵੇਂ ਕਿ 15 ਅਗਸਤ ਨੂੰ ਲੈ ਕੇ ਜਲਦੀ ਡਿਊਟੀ ਲੱਗਦੀ ਹੈਗੀ ਆ, ਤਾਂ ਜਲਦੀ ਜਾਣਾ ਸੀਗਾ? ਹਾਂਜੀ 6:30-7 ਵਜੇ ਜਾਂਦੇ ਸੀ। 15 ਅਗਸਤ ਕਰਕੇ। ਹਾਂਜੀ ਜੀ। ਜਿਸ ਤਰ੍ਹਾਂ ਇਹ ਉਹਨਾਂ ਦਾ ਬੇਟਾ ਜੋ ਜਾਣਕਾਰੀ ਸਾਂਝੀ ਕਰ ਰਿਹਾ ਕਿ ਇਸੇ ਥਾਂ ਤੇ ਉਹ ਗੱਡੀ ਮੌਜੂਦ ਸੀ ਔਰ ਸਵੇਰੇ ਜੋ ਨੌਜਵਾਨ ਗੱਡੀ ਧੋਣ ਦੇ ਲਈ ਆਉਂਦਾ ਉਹ ਇਹਨਾਂ ਨੂੰ ਇਹ ਜਾਣਕਾਰੀ ਦਿੰਦਾ ਕਿ ਗੱਡੀ ਦੇ ਹੇਠਾਂ ਕੋਈ ਚੀਜ਼ ਪਈ ਹੋਈ ਹੈ। ਹਾਲਾਂਕਿ ਪਹਿਲਾਂ ਤਾਂ ਪਰਿਵਾਰ ਸੋਚਦਾ ਕਿ ਸ਼ਾਇਦ ਕਿਸੇ ਨੇ ਕੋਈ ਟੂਣਾ ਕੀਤਾ ਹੋਏਗਾ ਜਾਂ ਕਿਸੇ ਦੀ ਕੋਈ ਸ਼ਰਾਰਤ ਹੋ ਸਕਦੀ ਹੈ, ਪਰ ਜਦੋਂ CCTV ਫੁਟੇਜ ਦੇਖੀ ਜਾਂਦੀ, ਕਿਉਂਕਿ ਘਰ ਦੇ ਅੰਦਰ CCTV ਕੈਮਰੇ ਲੱਗੇ ਹੋਏ ਨੇ, ਤਾਂ ਕਰੀਬ 2 ਵਜੇ ਦੋ ਨੌਜਵਾਨ ਮੋਟਰਸਾਈਕਲ ਤੇ ਆਉਂਦੇ ਨੇ ਔਰ ਸਿੱਧਾ ਉਸ ਗੱਡੀ ਦੇ ਕੋਲ ਰੁਕਦੇ ਨੇ। ਔਰ ਜਿਸ ਤਰ੍ਹਾਂ ਲਗਾਤਾਰ ਅਸੀਂ ਜਦੋਂ ਤੋਂ ਇੱਥੇ ਪਹੁੰਚੇ ਜਾਣਕਾਰੀ ਸਾਂਝੀ ਕਰ ਰਹੇ ਹਾਂ ਕਿ ਕਿਸ ਢੰਗ ਦੇ ਨਾਲ ਉਹ ਗੱਡੀ ਦੇ ਕੋਲ ਰੁਕਦੇ ਸਾਰ ਹੀ ਗੱਡੀ ਦੇ ਹੇਠਾਂ ਜਿਹੜੀ ਅਸੀਂ ਤਸਵੀਰ ਦਿਖਾ ਰਹੇ ਜਿਸ ਨੂੰ ਡੈਟੋਨੇਟਰ ਦੱਸਿਆ ਜਾ ਰਿਹਾ ਕਿ ਉਸ ਡੈਟੋਨੇਟਰ ਨੂੰ ਉਸ ਗੱਡੀ ਦੇ ਹੇਠਾਂ ਲਗਾ ਕੇ ਆਪਣੀ ਵੱਲੋਂ ਚਲੇ ਜਾਂਦੇ ਨੇ। ਪਰ ਉਹ ਡੈਟੋਨੇਟਰ ਜਾਂ ਜੋ ਵੀ ਉਹਨਾਂ ਦੀ ਮਨਸ਼ਾ ਸੀ ਜਾਂ ਜੋ ਚਾਹੇ ਉਹ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਸੀ ਜਾਂ ਪੁਲਿਸ ਇੰਸਪੈਕਟਰ ਨੂੰ ਡਰਾਉਣ ਦੀ ਕੋਸ਼ਿਸ਼ ਸੀ, ਤਾਂ ਉਹ ਜੋ ਸਮੱਗਰੀ ਹੈ ਉਹ ਹੇਠਾਂ ਡਿੱਗ ਜਾਂਦੀ ਹੈ ਔਰ ਗੱਡੀ ਧੋਣ ਦੇ ਲਈ ਜਿਹੜਾ ਨੌਜਵਾਨ ਆਉਂਦਾ ਹੈ ਉਹ ਪਰਿਵਾਰ ਨੂੰ ਜਾਣਕਾਰੀ ਦਿੰਦਾ। ਉਸ ਤੋਂ ਬਾਅਦ ਇੰਸਪੈਕਟਰ ਦਿਲਬਾਗ ਸਿੰਘ ਖੁਦ ਇਸ ਦੀ ਜਾਣਕਾਰੀ ਜਿਹੜੀ ਹੈ ਉਹ ਪੁਲਿਸ ਨੂੰ ਦਿੰਦੇ ਨੇ ਔਰ ਸੀਨੀਅਰ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਇਸ ਮਾਮਲੇ ਨੂੰ ਲਿਆਂਦਾ ਜਾਂਦਾ, ਜਿਸ ਤੋਂ ਬਾਅਦ ਪੂਰੀ ਘੋਖ ਪੜਤਾਲ ਕੀਤੀ ਜਾਂਦੀ ਔਰ ਹਾਲੇ ਵੀ ਪੁਲਿਸ ਦੇ ਜਿਹੜੇ ਅਧਿਕਾਰੀ ਨੇ ਜਾਂ ਵੱਖ-ਵੱਖ ਟੀਮਾਂ ਨੇ ਪੂਰੇ ਇਲਾਕੇ ਦੇ ਵਿੱਚ ਜਿੱਥੇ ਵੀ ਘਰਾਂ ਦੇ ਵਿੱਚ ਜਾਂ ਬਾਜ਼ਾਰਾਂ ਦੇ ਵਿੱਚ CCTV ਕੈਮਰੇ ਲੱਗੇ ਹੋਏ ਨੇ ਉਹਨਾਂ ਦੀ ਫੁਟੇਜ ਖੰਗਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਤਾਂ ਕਿ ਜਿਹੜੇ ਇਹ ਦੋਵੇਂ ਨੌਜਵਾਨ ਸੀ, ਜਿਹੜੇ ਸ਼ੱਕੀ ਨੌਜਵਾਨ ਉਸ ਵੀਡੀਓ ਦੇ ਵਿੱਚ ਨਜ਼ਰ ਆ ਰਹੇ ਨੇ, ਫੁਟੇਜ ਦੇ ਵਿੱਚ ਨਜ਼ਰ ਆ ਰਹੇ ਨੇ ਕਿ ਇੱਕ ਬਾਈਕ ਤੇ ਸਵਾਰ ਹੋ ਕੇ ਉਹ ਪਹੁੰਚਦੇ ਨੇ, ਤਾਂ ਉਹਨਾਂ ਦੀ ਕੀ ਮੂਵਮੈਂਟ ਪੂਰੇ ਇਲਾਕੇ ਦੇ ਵਿੱਚ ਰਹੀ, ਕਿੰਨੇ ਵਜੇ ਉਹ ਇਸ ਇਲਾਕੇ ਦੇ ਵਿੱਚ ਆਉਂਦੇ ਨੇ ਔਰ 1:45 ਵਜੇ ਦੇ ਕਰੀਬ ਇੱਥੇ ਆਉਣ ਦਾ ਮਕਸਦ ਕੀ ਹੈ ਔਰ ਜੇਕਰ ਉਹ ਡੈਟੋਨੇਟਰ ਸੀ ਤਾਂ ਉਸ ਨੂੰ ਇਸ ਇੰਸਪੈਕਟਰ ਦੀ ਗੱਡੀ ਦੇ ਹੇਠਾਂ ਲਗਾਉਣ ਦੇ ਪਿੱਛੇ ਕੀ ਮਨਸ਼ਾ ਸੀ। ਇਹ ਸਾਰੇ ਸਵਾਲ ਨੇ ਜਿਹੜੇ ਪੁਲਿਸ ਦੀ ਜਾਂਚ ਤੋਂ ਬਾਅਦ ਸਪਸ਼ਟ ਹੋਣਗੇ। ਫਿਲਹਾਲ ਪੁਲਿਸ ਹਰ ਇੱਕ ਪਹਿਲੂ ਤੇ ਇਸ ਮਾਮਲੇ ਦੇ ਵਿੱਚ ਜਾਂਚ ਕਰਨ ਦੇ ਵਿੱਚ ਜੁਟੀ ਹੋਈ ਹੈ। ਜੀ ਵਿਜੇ। ਅੱਛਾ ਰਾਜੀਵ, ਇਹਨਾਂ ਨੂੰ ਕਦੇ ਕੋਈ ਥ੍ਰੈਟ ਕਾਲਸ ਜਾਂ ਕੋਈ ਇਸ ਤਰੀਕੇ ਦੀਆਂ ਧਮਕੀਆਂ ਕਦੇ ਇਹੋ ਜਿਹਾ ਪਹਿਲਾਂ ਇਹਨਾਂ ਨੂੰ ਆਉਂਦਾ ਰਿਹਾ ਜਿਹਦੇ ਕਰਕੇ ਇਹ ਹੁਣ ਸਮਝਿਆ ਜਾ ਸਕੇ ਵੀ ਇਹ ਵਾਕਈ ਕੋਈ ਇਹਨਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਸੀ ਜਾਂ ਪਹਿਲਾਂ ਕੋਈ ਧਮਕੀਆਂ ਆਉਂਦੀਆਂ ਸੀ ਜਾਂ ਐਸੇ ਕੇਸਿਸ ਦੇ ਨਾਲ ਡੀਲ ਕਰਦੇ ਸੀਗੇ ਜਿਹਦੇ ਕਰਕੇ ਆਮ ਤੌਰ ਤੇ ਥ੍ਰੈਟ ਬਣਿਆ ਰਹਿੰਦਾ ਹੈ ਪੁਲਿਸ ਅਧਿਕਾਰੀਆਂ ਨੂੰ? ਦੇਖੋ ਵਿਜੇ, ਜਿੱਥੋਂ ਤੱਕ ਇਹ ਸਵਾਲ ਹੈ ਕਿਉਂਕਿ ਦਿਲਬਾਗ ਸਿੰਘ CIA ਇੰਸਪੈਕਟਰ ਦੇ ਅਹੁਦੇ ਤੇ ਤੈਨਾਤ ਨੇ, ਤਾਂ CIA ਦਾ ਕੰਮ ਹੀ ਅਜਿਹਾ ਹੁੰਦਾ ਕਿ ਜਿਹੜੇ ਵੱਡੇ ਅਪਰਾਧੀ ਨੇ ਜਾਂ ਵੱਡਾ ਜਿਨ੍ਹਾਂ ਦਾ ਅਪਰਾਧਿਕ ਬੈਕਗ੍ਰਾਉਂਡ ਹੈ, ਵੱਡਾ ਅਪਰਾਧਿਕ ਰਿਕਾਰਡ ਹੈ, ਤਾਂ ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈ CIA ਵੱਲੋਂ ਕੀਤੀ ਜਾਂਦੀ। ਤਾਂ ਲਾਜ਼ਮੀ ਤੌਰ ਤੇ ਅਜਿਹੇ ਲੋਕਾਂ ਦੇ ਖਿਲਾਫ ਜਦੋਂ ਕਾਰਵਾਈਆਂ ਕੀਤੀਆਂ ਜਾਂਦੀਆਂ ਨੇ ਤਾਂ ਲਾਜ਼ਮੀ ਤੌਰ ਤੇ ਉਹਨਾਂ ਵੱਲੋਂ ਕੋਈ ਐਸੀ ਥ੍ਰੈਟ ਪਰਸੈਪਸ਼ਨ ਜਾਂ ਐਸੀ ਕੋਈ ਥ੍ਰੈਟ ਕਾਲਸ ਪਹਿਲਾਂ ਹੋਣਗੀਆਂ, ਪਰ ਇਸ ਬਾਰੇ ਕਿਉਂਕਿ ਉਹਨਾਂ ਦੀ ਡਿਊਟੀ ਹੈ ਤਾਂ ਇੱਕ ਪੁਲਿਸ ਇੰਸਪੈਕਟਰ ਇਹਨਾਂ ਚੀਜ਼ਾਂ ਬਾਰੇ ਆਪਣੇ ਅਧਿਕਾਰੀਆਂ ਦੇ ਨਾਲ ਤਾਂ ਜ਼ਰੂਰ ਗੱਲ ਸਾਂਝੀ ਕਰਦਾ ਹੋਏਗਾ। ਪਰ ਆਮ ਤੌਰ ਤੇ ਜਦੋਂ ਕਿਸੇ ਆਮ ਨਾਗਰਿਕ ਨੂੰ ਅਜਿਹੀ ਕਾਲ ਆਉਂਦੀ ਤਾਂ ਉਸ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕੀਤੀ ਜਾਂਦੀ, ਤਾਂ ਇਹ ਉਹਨਾਂ ਦੀ ਡਿਊਟੀ ਦਾ ਹਿੱਸਾ ਕਿ ਅਜਿਹੇ ਲੋਕਾਂ ਦੇ ਖਿਲਾਫ ਕਾਰਵਾਈ ਕਰਨਾ। ਮੈਂ ਤੁਹਾਨੂੰ ਰੋਕਣਾ ਚਾਹੂੰਗਾ। ਦਿਲਬਾਗ ਸਿੰਘ ਇੰਸਪੈਕਟਰ ਉਹ ਕੀ ਕਹਿ ਰਹੇ ਨੇ ਉਹ ਵੀ ਸੁਣਾ ਦਿੰਦੇ ਆ ਦਰਸ਼ਕਾਂ ਨੂੰ। ਉਹਨਾਂ ਦਾ ਪ੍ਰਤੀਕਰਮ ਸਾਹਮਣੇ ਆਇਆ ਜਿਨ੍ਹਾਂ ਦੀ ਗੱਡੀ ਤੇ ਇਹ ਜਿਹੜਾ ਪਦਾਰਥ ਸੀ, ਜੋ ਵੀ ਵਿਸਫੋਟਕ ਸੀ, ਉਸ ਨੂੰ ਪਲਾਂਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਤਾਂ ਦਿਲਬਾਗ ਸਿੰਘ ਕੀ ਕਹਿ ਰਹੇ ਨੇ ਸੁਣਦੇ ਹਾਂ, ਫਿਰ ਰਾਜੀਵ ਦਾ ਰੁਖ ਕਰਾਂਗੇ। ਸਰ ਕਿਹੜੀ ਜਗ੍ਹਾ ਸਰ ਗੱਡੀ ਲੱਗੀ ਸੀ ਤੁਹਾਡੀ? ਅੱਛਾ, ਕੌਣ ਸੀ ਲੋਕ ਪਤਾ ਲੱਗਿਆ ਕੋਈ? ਉਹਨਾਂ ਦੀ ਫੋਟੋ ਆ ਗਈਆਂ ਵਾ ਸਰ ਆਪਣੇ ਬਾਰੇ ਜਿਹੜੀ ਜਾਣਕਾਰੀ ਦੇ ਦਿਓ। ਆਪਣੇ ਬਾਰੇ ਦੱਸ ਦਿਓ। ਪੁਲਿਸ ਅਧਿਕਾਰੀ ਇਹ ਦੱਸ ਦਿਓ, ਪੁਲਿਸ ਅਧਿਕਾਰੀ ਤੁਸੀਂ
ਹਾਂਜੀ ਤੁਸੀਂ ਪੁਲਿਸ ਅਧਿਕਾਰੀ ਜੀ ਨਾ ਮੈਂ ਗੱਡੀ ਵਿੱਚ ਨਹੀਂ ਨਾ ਹਾਂਜੀ ਗੱਡੀ ਮੈਂ ਪੁਲਿਸ ਦੇ ਵਿੱਚ ਹਾਂ ਜੀ ਇਹ ਕਿੱਥੇ ਤੁਹਾਡੀ ਗੱਡੀ ਮੈਂ ਸੀਆਈਏ ਸਟਾਫ ਲੱਗਾ ਹਾਂ। ਅੱਛਾ ਤੇ ਤੁਹਾਡੀ ਗੱਡੀ ਕਿਹੜੀ ਗੱਡੀ ਸੀ ਮੇਰੀ ਗੱਡੀ ਬਲੈਰੋ ਹੀ ਆਪਣੀ ਅੱਛਾ ਜੀ। ਕੋਠੀ ਦੇ ਬਾਹਰ ਖੜੀ ਜੀ। ਸੀ ਰਾਤ ਕੋਈ ਅਣਪਛਾਤੇ ਬੰਦੇ ਆਏ ਆ ਜਿਨ੍ਹਾਂ ਦੀਆਂ ਫੋਟੋ ਤੁਹਾਨੂੰ ਕਿੰਨੇ ਵਜੇ ਪਤਾ ਲੱਗਾ ਸਰ ਦਲਵਾਈ ਸਾਨੂੰ ਸਵੇਰੇ ਪਤਾ ਲੱਗਾ ਜੀ 12 ਵਜੇ ਕੀ ਹੈ ਕੀ ਸੀਗਾ ਜਿੱਦਾਂ ਗ੍ਰਨੇਡ ਸੀਗੇ ਕੋਈ ਵਿਸਫੋਟਕ ਹੋਰ ਕੋਈ ਨਹੀਂ ਉਹ ਵਿਸਫੋਟ ਤੇ ਆ ਕੋਈ ਵਿਸਫੋਟ ਤੇ ਕੀ ਹੁਣ ਜੇ ਗੱਡੀ ਸਟਾਰਟ ਕਰਦੇ ਤੇ ਬਲਾਸਟ ਹੋ ਸਕਦਾ ਸੀ। ਬਿਲਕੁਲ ਹੋ ਜੇ ਸਕਦਾ ਗੱਡੀ ਹੈ ਸਟਾਰਟ ਕਰਦੇ ਤਾਂ ਫੇਰ ਸਟਾਰਟ ਹੋ ਸਕਦਾ ਜੇ ਗੱਡੀ ਬੋਲ ਕੇ ਉਹਨੇ ਧੋਣ ਤੋਂ ਪਹਿਲਾਂ ਵੇਖ ਲਿਆ ਗੱਡੀ ਧੋਣ ਲੱਗਾ ਤੇ ਉਹਨੇ ਵੇਖ ਲਿਆ ਥੱਲੇ ਕਰ ਦਿੱਤਾ ਬੰਮ ਨੂੰ ਨਹੀਂ ਉਹ ਵੀ ਵੇਖੋ ਵੇਖ ਰਹੇ ਨੇ ਅਫਸਰ ਨਹੀਂ ਸਰ ਬੋਲ ਕੇ ਦੱਸ ਨਾ ਕਿ ਗੱਡੀ ਸਟਾਰਟ ਕਰਕੇ ਆਪਾਂ ਬਾਜੀ ਤੁਸੀਂ ਕਿਹੜੀ ਜਗ੍ਹਾ ਤੇ ਅੰਦਰ ਆਇਆ ਅੰਦਰ ਅੰਮ੍ਰਿਤਸਰ ਸਿਟੀ ਤਾਂ ਦਿਲਬਾਗ ਸਿੰਘ ਇੰਸਪੈਕਟਰ ਜ਼ਿਆਦਾ ਜਾਣਕਾਰੀ ਉਹਨਾਂ ਨੇ ਸਾਂਝੀ ਨਹੀਂ ਕੀਤੀ ਪਰ ਸਿਰਫ ਇੰਨਾ ਜ਼ਰੂਰ ਦੱਸਿਆ ਹੈ ਵੀ ਇਹ ਇੱਕ ਵਿਸਫੋਟਕ ਸਮਾਨ ਸੀ ਔਰ ਸਵੇਰੇ ਜਦੋਂ ਗੱਡੀ ਧੋਣ ਵਾਲਾ ਮੁੰਡਾ ਆਇਆ ਤਾਂ ਉਸਨੇ ਇਸ ਨੂੰ ਦੇਖ ਲਿਆ। ਉਸਨੇ ਦੇਖ ਕੇ ਘਰਦਿਆਂ ਨੂੰ ਜਾਣਕਾਰੀ ਦਿੱਤੀ ਤੇ ਫਿਰ ਉਹਨਾਂ ਨੇ ਜਦੋਂ ਸੀਸੀਟੀਵੀ ਫੁਟੇਜ ਖੰਗਾਲੀ ਤਾਂ ਫਿਰ ਪਤਾ ਲੱਗਿਆ ਕਿ ਦੇਰ ਰਾਤ ਕੋਈ ਦੋ ਜਿਹੜੇ ਅਣਪਛਾਤੇ ਸ਼ਖਸ ਸੀ ਜਿਨ੍ਹਾਂ ਨੇ ਮੂੰਹ ਬੰਨੇ ਹੋਏ ਸੀ ਮੋਟਰਸਾਈਕਲ ਤੇ ਆਉਂਦੇ ਨੇ ਔਰ ਗੱਡੀ ਦੇ ਥੱਲੇ ਇਹ ਵਿਸਫੋਟਕ ਪਦਾਰਥ ਰੱਖ ਦਿੰਦੇ ਨੇ। ਪਹਿਲਾਂ ਉਸ ਨੂੰ ਲਗਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਦੋਂ ਨਹੀਂ ਲੱਗਦਾ ਤੇ ਫਿਰ ਉਸੇ ਤਰੀਕੇ ਨਾਲ ਉਹ ਡੱਬਾ ਰੱਖ ਕੇ ਚਲੇ ਜਾਂਦੇ ਨੇ। ਇਹ ਵੀ ਕਿਹਾ ਦਿਲਬਾਗ ਸਿੰਘ ਨੇ ਕਿ ਜੇ ਅਸੀਂ ਗੱਡੀ ਸਟਾਰਟ ਕਰਨ ਦੀ ਕੋਸ਼ਿਸ਼ ਕਰਦੇ ਤਾਂ ਉਹ ਬਲਾਸਟ ਹੋ ਸਕਦਾ ਸੀ, ਉਹ ਉੱਥੇ ਇੱਕ ਵੱਡਾ ਹਾਦਸਾ ਵਾਪਰ ਸਕਦਾ ਸੀ। ਸੋ ਜਦੋਂ ਗੱਡੀ ਧੋਣ ਵਾਲਾ ਆਇਆ ਤਾਂ ਉਸਨੇ ਸਭ ਤੋਂ ਆਉਂਦੇ ਹੀ ਪਹਿਲਾਂ ਇਹ ਬਾਕਸ ਦੇਖਿਆ ਔਰ ਤੁਰੰਤ ਘਰਦਿਆਂ ਨੂੰ ਜਾਣਕਾਰੀ ਦਿੱਤੀ। ਉਸ ਤੋਂ ਬਾਅਦ ਸੀਸੀਟੀਵੀ ਫੁਟੇਜ ਖੰਗਾਲੀ ਗਈ ਤੇ ਫਿਰ ਉਹਨਾਂ ਦੀਆਂ ਤਸਵੀਰਾਂ ਵੀ ਸਾਹਮਣੇ ਆ ਗਈਆਂ ਜਿਹੜੇ ਬਾਈਕ ਸਵਾਰ ਦੋ ਇਹ ਸ਼ਖਸ ਨੇ ਅਣਪਛਾਤੇ ਸ਼ਖਸ ਜਿਹੜੇ ਇਹ ਲਾ ਕੇ ਗਏ ਸੀ। ਸੋ ਇਹ ਤਸਵੀਰਾਂ ਨੇ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਦੀਆਂ, ਜਿੱਥੇ ਇੱਕ ਗੱਡੀ ਦੇ ਥੱਲੇ ਵਿਸਫੋਟਕ ਪਦਾਰਥ ਜਿਹੜਾ ਸੀ ਜਾਂ ਡੈਟੋਨੇਟਰ ਕਹੀਏ, ਬੰਬ ਕਹੀਏ ਦੇਸੀ ਸ਼ਬਦਾਂ ਦੇ ਵਿੱਚ, ਤਾਂ ਇੰਪਲਾਂਟ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸਮੇਂ ਰਹਿੰਦੇ ਪਤਾ ਚੱਲ ਗਿਆ ਤੇ ਇੱਕ ਵੱਡੀ ਘਟਨਾ ਤੋਂ ਬਚਾ ਹੋ ਗਿਆ।